Hello everyone. In this lecture, we will talk about the genetics of bacteria and how the reproduction occur in bacteria. So basically, ਆਪਾਂ ਗੱਲ ਕਰਦੇ ਹਾਂ ਕਿ bacteria reproduce asexually. ਸੋ ਐਸੈਕਸੁਅਲੀ ਦੇ ਵਿੱਚ ਕੀ ਹੁੰਦਾ ਆ ਕਿ ਇੱਕ ਸੈੱਲ ਆ ਜਿਹੜਾ ਉਹ ਫਿਜ਼ਨ ਦੇ ਨਾਲ ਟੂ ਸੈੱਲ ਦੇ ਵਿੱਚ ਡਿਵਾਈਡ ਕਰਦਾ, ਲੇਟਰ ਔਨ ਡਿਵਾਈਡਸ ਇਨਟੂ 4 ਸੋ ਔਨ, ਜਿਹੜਾ ਹੈਗਾ ਆ ਡਿਵੀਜ਼ਨ ਆ ਜਿਹੜੀ ਉਹ ਚੱਲਦੀ ਰਹਿੰਦੀ ਆ। ਬਟ ਦਿਸ ਜਿਹੜੀ ਹੈਗੀ ਆ ਸੈਕਸੁਅਲ ਰਿਪਰੋਡਕਸ਼ਨ ਇਜ਼ ਆਲਸੋ ਪ੍ਰੈਜ਼ੈਂਟ ਇਨ ਬੈਕਟੀਰੀਆਜ਼, ਬਟ ਜਿਹੜੀਆਂ ਇਹ ਪ੍ਰੋਸੈਸਿਸ ਨੇ ਇਹਨਾਂ ਨੂੰ ਆਪਾਂ ਸੈਕਸੁਅਲ ਰਿਪਰੋਡਕਸ਼ਨ ਨਹੀਂ ਕਹਿੰਦੇ, ਦੈਟ ਇਜ਼ ਨੋਨ ਐਜ਼ ਪੈਰਾਸੈਕਸੁਅਲ ਕਾਈਂਡ ਆਫ ਰਿਪਰੋਡਕਸ਼ਨ ਔਰ ਪੈਰਾਸੈਕਸੁਅਲ ਪ੍ਰੋਸੈਸਿਸ। ਮੇਨਲੀ ਇਹ ਜਿਹੜੀਆਂ ਆਪਣੇ ਕੋਲ ਅਗਰ ਆਪਾਂ ਗੱਲ ਕਰੀਏ ਤਾਂ ਦੋ ਬੇਸਿਕ ਪ੍ਰੋਪਰਟੀਜ਼ ਹੁੰਦੀਆਂ ਬੈਕਟੀਰੀਆ ਦੀ, ਐਂਟੀਬਾਇਓਟਿਕ ਰਜਿਸਟੈਂਟ, ਡਿਫਰੈਂਟ ਡਰੱਗ ਰਜਿਸਟੈਂਟ, ਔਰ ਇਹ ਜਿਹੜੀਆਂ ਜੀਨਸ ਨੇ ਇਹ ਮੇਨਲੀ ਪਲਾਜ਼ਮੇਟ ਦੇ ਉੱਤੇ ਪ੍ਰੈਜ਼ੈਂਟ ਹੁੰਦੀਆਂ। ਸੋ ਇਟ ਮੀਨ ਕਿਹਾ ਕਿ ਜਿਹੜੇ ਪਲਾਜ਼ਮੇਟਸ ਨੇ ਜਾਂ ਜਿਹੜਾ ਜੀਨੋਮ ਆ ਉਹ ਆਪਣੇ ਕੋਲ ਇਹਨਾਂ ਦੋਨੋਂ ਪ੍ਰੋਪਰਟੀਜ਼ ਨੂੰ ਯੂਜ਼ ਕਰਕੇ ਆਪਾਂ ਫਾਈਂਡ ਕਰਦੇ ਹਾਂ ਕਿ ਬੈਕਟੀਰੀਆ ਦੇ ਵਿੱਚ ਜਿਹੜੀ ਹੈਗੀ ਰਿਪਰੋਡਕਸ਼ਨ ਆ, ਜਿਹੜੀ ਪੈਰਾਸੈਕਸੁਅਲ ਟਾਈਪ ਆਫ ਰਿਪਰੋਡਕਸ਼ਨ ਆ, ਉਹ ਕਿੱਦਾਂ ਅਕਰ ਕਰਦੀ ਆ। ਸੋ ਜੈਨੇਟਿਕ ਐਕਸਚੇਂਜ ਐਂਡ ਮੈਪਿੰਗ ਇਨ ਕੇਸ ਆਫ ਬੈਕਟੀਰੀਆਸ, ਔਰ ਬੈਕਟੀਰੀਆ ਦੇ ਜਿਹੜੇ ਜੀਨਸ ਨੂੰ ਮੈਪ ਕਰਨ ਦੇ ਲਈ ਸੇਮ ਹੀ ਐਕਸਪੈਰੀਮੈਂਟਲ ਜਿਹੜਾ ਹੈਗਾ ਸਟ੍ਰੈਟਜੀ ਯੂਜ਼ ਕੀਤੀ ਜਾਂਦੀ, ਜਿਵੇਂ ਡਿਫਰੈਂਟ ਆਰਗੇਨਿਜ਼ਮ ਦੇ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਦੇ ਕ੍ਰਾਸ ਜੈਨੇਟਿਕਲੀ ਡਿਫਰੈਂਟ ਸਟ੍ਰੇਨਸ and analysis of progeny for recombination, and then we can from the recombination frequency we can estimate the map distance, like in the case of viruses we have done already. But the crossing over is different from the eukaryotes. ਤੁਹਾਨੂੰ ਪਤਾ ਕਿ ਯੂਕੈਰੀਓਟ ਦੀ ਕ੍ਰਾਸਿੰਗ ਓਵਰ ਦੇ ਵਿੱਚ ਸੇਮ ਪੇਅਰਿੰਗ ਹੁੰਦੀ ਆ, ਇੱਕ ਪਾਰਟੀਕੂਲਰ ਸਟੇਜ ਦੇ ਉੱਤੇ ਕ੍ਰਾਸਿੰਗ ਓਵਰ ਹੁੰਦੀ ਆ, ਔਰ ਜੈਨੇਟਿਕ ਮਟੀਰੀਅਲ ਦਾ ਐਕਸਚੇਂਜ ਹੁੰਦਾ ਬਿਟਵੀਨ ਦ ਟੂ ਹੋਮੋਲੋਗਸ ਕ੍ਰੋਮੋਸੋਮਸ। ਬਟ ਇਨ ਕੇਸ ਆਫ ਬੈਕਟੀਰੀਆ ਦੇਰ ਇਜ਼ ਨੋ meiotic process. Recombination is not reciprocal as in case of viruses. Same thing happen here. ਔਰ ਦੀ ਈਵਨ ਜਿਹੜਾ ਜੈਨੇਟਿਕ ਐਕਸਚੇਂਜ ਆ ਜਾਂ ਪ੍ਰੋਡਕਟ ਆ ਜਿਹੜਾ ਐਕਸਚੇਂਜ ਤੋਂ ਬਾਅਦ ਬਣਦਾ ਹੈ, ਦੈਟ ਇਜ਼ ਨਾਟ ਆਲਵੇਜ਼ ਰਿਕਵਰੇਬਲ। ਸੋ ਫਸਟ ਆਫ ਆਲ ਆਪਾਂ ਗੱਲ ਕਰਦੇ ਹਾਂ ਕਿ ਇੱਕ ਤਾਂ ਵਾਇਰਸਿਸ ਬੈਕਟੀਰੀਆ ਦੇ ਵਿੱਚ ਇੱਕ ਮੇਨ ਕ੍ਰੋਮੋਸੋਮ ਹੁੰਦਾ ਆ ਜਿਹਦੇ ਉੱਤੇ ਜੀਨਸ, ਮੇਨਲੀ ਕਾਫੀ ਸਾਰੀਆਂ ਜੀਨਸ ਜਿਹੜੀਆਂ ਪ੍ਰੈਜ਼ੈਂਟ ਹੁੰਦੀਆਂ ਨੇ। ਔਰ ਬੈਕਟੀਰੀਆ ਮੇ ਆਲਸੋ ਕੰਟੇਨ ਵਨ ਔਰ ਮੋਰ ਐਕਸਟਰਾ ਕ੍ਰੋਮੋਸੋਮਲ DNA ਵਾਲੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਲਾਜ਼ਮੇਟ ਹੁੰਦੇ ਆ। ਔਰ ਇੱਕ ਚੀਜ਼ ਜਿਹੜੀ ਆਪਾਂ ਬੈਕਟੀਰੀਆ ਦੀ ਗੱਲ ਕਰੀਏ ਤਾਂ ਅਗਰ ਇਹਨਾਂ ਦੇ ਵਿੱਚ ਕ੍ਰਾਸਿੰਗ ਓਵਰ ਹੋ ਰਹੀ ਆ ਜਾਂ ਵੀ ਕੈਨ ਯੂਜ਼ ਦਾ ਟਰਮ ਜੈਨੇਟਿਕ ਐਕਸਚੇਂਜ ਹੋ ਰਿਹਾ, ਤਾਂ ਇਟ ਰੀਅਲੀ ਇਨਵੋਲਵ ਦਾ ਇੰਟਰੈਕਸ਼ਨ ਬਿਟਵੀਨ ਇੰਟੈਕਟ ਮੇਨ ਕ੍ਰੋਮੋਸੋਮ। ਪੂਰੇ ਦਾ ਪੂਰਾ ਮੇਨ ਕ੍ਰੋਮੋਸੋਮ ਆ ਜਿਹੜਾ ਬਹੁਤ ਰੇਅਰਲੀ ਇਨਵੋਲਵ ਹੁੰਦਾ ਉਹ ਇੰਟਰੈਕਸ਼ਨ ਦੇ ਵਿੱਚ। ਅਦਰਵਾਈਜ਼ ਹੁੰਦਾ ਕੀ ਹੈ ਇਹਦੇ ਵਿੱਚ, ਇੱਕ ਦਾ ਜਿਹੜਾ ਹੈਗਾ ਆ ਬੈਕਟੀਰੀਅਲ ਸੈੱਲ ਦਾ ਮੇਨ ਕ੍ਰੋਮੋਸੋਮ ਹੁੰਦਾ ਆ, ਔਰ ਦੂਸਰੇ ਸੈੱਲ ਦਾ ਫਰੈਗਮੈਂਟ ਆਉਂਦਾ ਆ। ਸੋ ਜਿਹੜਾ ਫਰੈਗਮੈਂਟ ਦਿੰਦਾ ਉਹਨੂੰ, ਸੋ ਇੱਦਾਂ ਦੇ ਵਿੱਚ ਇੱਕ ਡੋਨਰ ਸਟ੍ਰੇਨ ਹੋਏਗੀ, ਇੱਕ ਰੈਸੀਪੀਐਂਟ। ਡੋਨਰ ਦਾ ਇੰਟੈਕਟ ਪੂਰਾ ਮੇਨ ਕ੍ਰੋਮੋਸੋਮ ਹੋਏਗਾ, ਜਿਹਦੇ ਵਿੱਚ ਦੂਸਰੇ ਸੈੱਲ ਤੋਂ ਇੱਕ ਫਰੈਗਮੈਂਟ ਆ ਕੇ ਜਿਹੜਾ ਆ ਇਨਵੋਲਵ ਹੋਏਗਾ ਜਾਂ ਇਨਕੋਰਪੋਰੇਟ ਹੋਏਗਾ ਜਾਂ ਇੰਟੀਗ੍ਰੇਸ਼ਨ ਹੋਏਗੀ ਉਹਦੀ, ਉਹਨੂੰ ਆਪਾਂ ਕਹਿ ਦਾਂਗੇ ਡੋਨਰ ਸੈੱਲ। ਔਰ ਜਿਹੜਾ ਗੇਨ ਕਰੇਗਾ ਉਹਨੂੰ ਆਪਾਂ ਕਹਿ ਦਾਂਗੇ ਰੈਸੀਪੀਐਂਟ ਸੈੱਲ। ਔਰ ਇਹ ਜਿਹੜਾ ਐਕਸਚੇਂਜ ਆ, ਸੋ ਦਿਸ ਐਕਸਚੇਂਜ ਇਜ਼ unidirectional in case of bacteria. No, very clearly ਆਪਾਂ ਦੇਖਿਆ ਕਿ ਇੱਕ recipient cell ਆ and another one is the donor cell. So donor cell recipient cell ਨੂੰ ਇੱਕ fragment ਦੇ ਰਿਹਾ ਆ ਔਰ recipient cell ਦੇ main chromosome ਦੇ ਵਿੱਚ ਉਹ involve ਹੋ ਰਿਹਾ ਆ। ਸੋ ਇਹਦੇ ਵਿੱਚ ਕੋਈ ਵੀ reciprocal kind of ਜਿਹੜੀ ਹੈਗੀ ਆ exchange ਨਹੀਂ ਹੋਇਆ। ਸੋ ਇਹਦੇ ਵਿੱਚ ਕੀ ਆ ਆਪਣੇ ਕੋਲ ਕਿ ਜਿਹੜਾ ਆਲਵੇਜ਼ ਦਾ ਬੈਕਟੀਰੀਅਲ ਮਟੀਰੀਅਲ ਜਿਹੜਾ ਹੈਗਾ ਜੈਨੇਟਿਕ ਮਟੀਰੀਅਲ ਦੇ ਵਿੱਚ ਅਗਰ ਜੈਨੇਟਿਕ ਐਕਸਚੇਂਜ ਹੋ ਰਿਹਾ ਆ ਤਾਂ ਦੈਟ ਵਿਲ ਬੀ ਯੂਨੀਡਾਇਰੈਕਸ਼ਨਲ। ਸੋ ਹੁਣ ਆਪਣੇ ਕੋਲ ਕੀ ਆ ਕਿ ਲਾਈਕ ਜਿਹੜਾ ਮੇਨ ਕ੍ਰੋਮੋਸੋਮ ਆ ਉਹ ਸਰਕੂਲਰ ਆ, ਔਰ ਜਿਹੜਾ ਫਰੈਗਮੈਂਟ ਆਇਆ ਆ ਬਾਹਰੋਂ ਉਹ ਜਿਹੜਾ ਹੈਗਾ ਲੀਨੀਅਰ ਆ। ਸੋ ਹੁਣ ਉਹਨੇ ਇਹਦੇ ਵਿੱਚ ਇਨਕੋਰਪੋਰੇਟ ਹੋਣਾ ਤਾਂ ਇਟ ਮੀਨ ਇਹਦੇ ਵਿੱਚ ਕੀ ਆ ਕਿ ਮੇਨਲੀ ਕੀ ਆ, it requires even number of crosses. It may be 2, it may be 4, it may be 6,
वैसे इन्ने होणगे नहीं क्योंकि फ्रैगमेंट स्मॉल हुंदा तो 2 4 आई थिंक दैट इज सफिशिएंट। सो इहदे विच की लाइक इत्थे अपने कोल की आ क्रॉसिंग ओवर होई इदां इत्थों जीनोम जा रहा इधर चलिया गया ये आया आ वाली चीज़ जी इनकॉर्पोरेट हो गई और कुछ फ्रैगमेंट जोड़े बच गए ने दैट विल बी डिग्रेडेड तो क्रॉसिंग ओवर द इंटरनल जोड़ा है वो ऐड हो गया दूसरा रिमूव हो गया दूसरे जो फालतू के बचे हुए सी वो रिमूव हो गए। और इफ यू टॉकिंग अबाउट द यूकैरियोटिक क्रोमोसोम उन्होंने की होंगे ऑड एंड ईवन नंबर ऑफ क्रॉसिस जोड़े इक्वली होंगे ने ऑड भी हो सकते हैं ईवन नंबर ऑफ क्रॉसिस भी जोड़े हो सकते हैं। ये तो आप गल की है कि वैन द जोड़ा आ रिसिपिएंट जीनोम इज़ अ लीनियर फ्रैगमेंट उदों डबल क्रॉस ओवर चाहिए आ मतलब ईवन नंबर ऑफ क्रॉस चाहिए जो लीनियर सैगमेंट ने सर्कुलर मॉलीक्यूल के ऐड होना। ਹੁਣ अगर आप गल करिए कि सर्टन केसिस के कि मेन क्रोमोसोम के एक सर्कुलर DNA की भी इंटीग्रेशन होंगी है What kind of circular integration DNA is integrated into the main chromosome? That are plasmids. सो जो प्लाजमेट्स ने कई बार वो भी रिसिपिएंट सैल आ जोड़ा पूरे का पूरा प्लाजमेट जोड़ा है वो इधर आ जाता है तो उत्थे अपने कोल की हुंदा है उस केसेस की है एक सिंगल एक्सचेंज चाहिए होंदा लाइक दिस ऐदा करके भी सर्कुलर आ single exchange is sufficient for the integration of the host chromosome into the donor DNA सॉरी recipient chromosome ਜਾਂ host chromosome ਦੇ ਵਿੱਚ ਜਿਹੜਾ डोनर हाँ जी डोनर DNA ਉਹਦੀ इंटीग्रेशन सॉरी थोड़ा ਜਿਹਾ हो गया ਇਹਦੇ ਵਿੱਚ ਕੀ ਆਪਣੇ ਕੋਲ ਕਿ single crossover is required for the integration of सर्कुलर डोनर DNA इंटू दी होस्ट सर्कुलर DNA सो एको ही क्रॉसओवर के नाल जिहड़े वो एड ऑन हो सकते हैं। उस बाद आप गल करिए कि 3 मेन टाइप ऑफ जेनेटिक ट्रांसफर होंगे ने बैक्टीरियाज दे विच। फर्स्ट वन इज़ ट्रांसफॉर्मेशन। ट्रांसफॉर्मेशन दे विच की आ कि जदों जिहड़ा डोनर मॉलीक्यूल आ वो एक्सटर्नल इन्वायरमेंट चो टेकन अप किया जाता है ठीक है। दिस इज़ द रेसिपिएंट सैल इदा बाहर वो मीडियम के डोनर फ्रैगमेंट पे ने जो वो केस आता उन्होंने आप ट्रांसफॉर्मेशन कहने हैं। और कॉन्जुगेशन दे विच की हुंदा सैकेंड वन इज़ कॉन्जुगेशन। कॉन्जुगेशन की हुंदा आ डायरैक्ट कॉन्टैक्ट हुंदा आ दो सैल दे विच तां एक सैल का DNA दूसरे सैल के DNA दे विच इनकॉर्पोरेट हो जाता। थर्ड वन इज़ ट्रांसडक्शन। ट्रांसडक्शन दे विच की हुंदा आ एक सैल तो दूसरे सैल दे विच जीनोम किवें जाएगा विद द हैल्प ऑफ अ कैरियर विद द हैल्प ऑफ अ वैक्टर मीन टू से आप कह सकते हैं कि बैक्टीरियोफेजिस ठीक है। एक सैल सॉरी एक सैल अपने कोल ਇਹਦੇ ਵਿੱਚ ਇਨਫੈਕਸ਼ਨ ਹੋਈ ਆ बैक्टीरियोफेजिस बन गए किन्ने सारे ये लाइसिस होया बैक्टीरियोफेज रिलीज हो गए वो बैक्टीरियोफेज ने जो दूसरे सैल के उत्ते इन्फैक्शन की तो ये ऐड ऑन हो जाना वह जीनोम। सच काइंड ऑफ जेनेटिक एक्सचेंज इज नोन एज ट्रांसडक्शन। सो अगर आप गल करिए कि जेनेटिक मैप आप ये कंस्ट्रक्ट कर सकते हैं बट ये जोड़े जेनेटिक मैप्स ने वो दूसरे ऑर्गेनिज्म के नालों काफ़ी ज़्यादा जिमें आप यूकैरियोटिक ऑर्गेनिज्म की गल करिए उन्होंने नालों काफ़ी ज़्यादा डिफरेंट होंगे। किद्दां जिहड़े डिफरेंट होंगे क्योंकि जिहड़े अगर आप कंजुगेशन की गल करते हैं तो वो जिहड़े मैप्स ने वो टाइम के यूनिट के नाल मैसर किए जाते हैं भी 3 मिनट्स तो बाद ये जीन इंट्रोड्यूस हुए 4 मिनट तो बाद 1 मिनट तो बाद वो अकॉर्डिंगली जोड़े है ने जोड़ा आप मैप्स यूनिट फाइंड करते हैं वो अकॉर्डिंग टाइम के अकॉर्डिंग जोड़ियाँ है जेनेटिक मैप कंस्ट्रक्ट करते हैं नॉट बाय दी रिकॉम्बिनेशन फ्रीकुएंसी जो आप सॉरी फ्रीकुएंसी जी क्रॉसिंग ओवर की फ्रीकुएंसी वो अकॉर्डिंग नहीं चीज़ा फाइंड की जाती फाइंड करते हैं आप विद द हैल्प ऑफ टाइम किन्ने टाइम दे विच जिहड़ियां जीन्स ने वो फर्दर मूव करदियां
सो नैक्सट अपने को आ गया म्यूटेंट फिनोटाइप्स इन बैक्टीरियाज। सो नॉर्मली आप गल करते हैं कि बैक्टीरियाज ਨੂੰ ਆਪਾਂ ਕਿੱਦਾਂ ਜਿਹੜਾ ਗਰੋ ਕਰਦੇ ਹਾਂ। ਵੀ ਕੈਨ ਗਰੋ ਮੀਡੀਆ ਬੈਕਟੀਰੀਆਜ਼ ਔਨ ਦੀ ਲਿਕੁਇਡ ਮੀਡੀਅਮ ਐਸ ਵੈਲ ਐਸ ਔਨ ਦੀ ਸੋਲੀਡੀਫਾਈਡ ਮੀਡੀਅਮ, ਜਿਹਦੇ ਵਿੱਚ ਆਪਾਂ ਐਗਰ ਐਜ਼ ਅ ਸੋਲੀਡੀਫਾਈਂਗ ਏਜੰਟ ਯੂਜ਼ ਕਰਦੇ ਹਾਂ। ਸੋ ਹੁਣ ਇਹ ਨੋਰਮਲੀ ਅਗਰ ਆਪਾਂ ਓਨਲੀ ਸਿੰਗਲ ਸੈੱਲ ਨੂੰ ਕਲਚਰ ਕੀਤਾ ਆ ਤਾਂ ਉਸ ਤੋਂ ਬਾਅਦ ਲਾਰਜ ਨੰਬਰ ਆਫ ਡਿਵੀਜ਼ਨਸ ਹੋਣੇ, 1 ਤੋਂ 2, 2 ਤੋਂ 4, 4 ਤੋਂ 8, 8 ਤੋਂ 16, ਇੱਦਾਂ ਲਾਰਜ ਨੰਬਰ ਆਫ ਡਿਵੀਜ਼ਨਸ ਜਿਹੜੀਆਂ ਹੁੰਦੀਆਂ ਰਹਿਣੀਆਂ ਉਹਦੇ ਵਿੱਚ। ਔਰ ਆਪਣੇ ਕੋਲ ਕੀ ਆ ਤੇ ਅਲਟੀਮੇਟਲੀ ਇੱਕ ਵਿਜ਼ੀਬਲ ਕਲਸਟਰ ਆਫ ਸੈਲਸ ਬਣ ਜਾਏਗਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਲੋਨੀਜ਼। ਹੁਣ ਆਪਣੇ ਕੋਲ ਕੀ ਆ ਕਿ ਇੱਥੇ ਆਪਾਂ ਦੇਖਣਾ ਕੀ ਆ, ਜਿਹੜਾ ਸੈੱਲ ਆਪਾਂ ਕਲਚਰ ਕਰ ਰਹੇ ਆ ਉਹਦੀ ਅਬਿਲਿਟੀ ਔਰ ਅਨਅਬਿਲਿਟੀ, ਅਬਿਲਿਟੀ ਔਰ ਇਨਅਬਿਲਿਟੀ ਟੂ ਫਾਰਮ ਕਲੋਨੀਜ਼ ਔਨ ਅ ਸਪੈਸ਼ਲ ਮੀਡੀਅਮ। ਆਪਾਂ ਇੱਕ ਸਪੈਸ਼ਲ ਮੀਡੀਅਮ ਉਹਨੂੰ ਪ੍ਰੋਵਾਈਡ ਕਰਾਂਗੇ ਔਰ ਦੇਖਾਂਗੇ ਉਸ ਮੀਡੀਅਮ ਦੇ ਉੱਤੇ ਉਹ ਕਲੋਨੀਜ਼ ਜਿਹੜੀਆਂ ਬਣਾਉਂਦਾ ਆ ਜਾਂ ਨਹੀਂ ਬਣਾਉਂਦਾ। ਫਿਰ ਉਹਦੇ ਤੋਂ ਆਪਾਂ ਉਹਦਾ ਜੀਨੋਟਾਈਪ ਆ ਜਿਹੜਾ ਆਇਡੈਂਟੀਫਾਈ ਕਰ ਸਕਦੇ ਆ। ਸੋ ਮੇਨਲੀ ਇਹਦੇ ਵਿੱਚ ਆਪਾਂ ਨੂੰ ਮਿਊਟੈਂਟਸ ਪਤਾ ਹੋਣੇ ਚਾਹੀਦੇ ਕਿਹੜੇ ਕਿਹੜੇ। ਬੇਸਿਕਲੀ 3 ਕਾਈਂਡ ਆਫ ਮਿਊਟੈਂਟਸ ਜਿਹੜੇ ਯੂਜ਼ ਕੀਤੇ ਜਾਂਦੇ, ਐਂਟੀਬਾਇਓਟਿਕ ਰੈਜ਼ਿਸਟੈਂਟ ਮਿਊਟੈਂਟਸ, ਨਿਊਟ੍ਰੀਸ਼ਨਲ ਮਿਊਟੈਂਟਸ ਐਂਡ ਕਾਰਬਨ ਸੋਰਸ ਮਿਊਟੈਂਟਸ। ਐਂਟੀਬਾਇਓਟਿਕ ਰੈਜ਼ਿਸਟੈਂਟ ਮਿਊਟੈਂਟ ਦੇ ਵਿੱਚ ਕੀ ਹੁੰਦਾ ਆ, ਜਿਹੜੇ ਆਪਣੇ ਕੋਲ ਉਹ ਬੈਕਟੀਰੀਆ ਜਿਹੜੇ ਕਿਸੇ ਵੀ ਐਂਟੀਬਾਇਓਟਿਕ ਦੇ ਲਈ ਰੈਜ਼ਿਸਟੈਂਟ ਹੋਣ। ਮੰਨ ਲਓ ਕਿ ਮੈਂ ਕੋਈ ਮੀਡੀਅਮ ਲਿਆ ਆ, ਉਹਦੇ ਵਿੱਚ ਮੈਂ ਐਂਟੀਬਾਇਓਟਿਕ ਐਡ ਕਰਤਾ। ਹੁਣ ਮੈਂ ਇਹ ਦੇਖੂੰਗੀ ਕਿ ਮੀਡੀਅਮਸ ਜਿਹੜੇ ਸੈਲਸ ਨੇ ਉਹ ਗਰੋ ਕਰ ਰਹੇ ਨੇ ਐਂਟੀਬਾਇਓਟਿਕ ਮੀਡੀਅਮ ਦੇ ਉੱਤੇ। ਠੀਕ ਹੈ, ਇਹਦੇ ਵਿੱਚ ਐਂਟੀਬਾਇਓਟਿਕ ਜਿਵੇਂ ਸਟ੍ਰੈਪਟੋਮਾਈਸਿਨ ਸੈਂਸਿਟਿਵ ਸੈਲਸ ਹੋ ਸਕਦੇ ਨੇ, ਸਟ੍ਰੈਪਟੋਮਾਈਸਿਨ ਪੋਜ਼ਿਟਿਵ ਸੈਲਸ, ਪੋਜ਼ਿਟਿਵ ਮੀਨਸ ਰੈਜ਼ਿਸਟੈਂਟ ਸੈਲਸ ਹੋ ਸਕਦੇ ਨੇ। ਸੋ ਜਿਹੜੇ ਹੁਣ ਆਪਣੇ ਕੋਲ ਮੈਂ ਇੱਕ ਮੀਡੀਅਮ ਲਿਆ, ਉਹਦੇ ਵਿੱਚ ਮੈਂ ਕੀ ਪਾਤਾ, ਮੈਂ ਸਟ੍ਰੈਪਟੋਮਾਈਸਿਨ ਪਾ ਦਿੱਤਾ ਆ। ਹੁਣ ਜਿਹੜੇ ਤਾਂ ਸਟ੍ਰੈਪਟੋਮਾਈਸਿਨ ਸੈਂਸਿਟਿਵ ਸੈਲਸ ਹੋਣਗੇ ਜਾਂ ਸਟ੍ਰੈਪਟੋਮਾਈਸਿਨ ਸੈਂਸਿਟਿਵ ਬੈਕਟੀਰੀਆਸ ਹੋਣਗੇ, ਦੇ ਵਿਲ ਫੇਲ ਟੂ ਗਰੋ ਔਨ ਦਾ ਮੀਡੀਅਮ ਕੰਟੇਨਿੰਗ ਸਟ੍ਰੈਪਟੋਮਾਈਸਿਨ। ਔਰ ਔਨ ਦਾ ਅਦਰ ਹੈਂਡ ਜਿਹੜੇ ਰੈਜ਼ਿਸਟੈਂਟ ਬੈਕਟੀਰੀਆ ਹੋਣਗੇ, that will form colonies on the streptomycin resistant medium। ਸੋ ਇੱਦਾਂ ਆਪਾਂ ਐਂਟੀਬਾਇਓਟਿਕ ਰੈਜ਼ਿਸਟੈਂਟ ਆ ਜਿਹੜੀ ਇਹਨਾਂ ਦੀ ਯੂਜ਼ ਕਰਦੇ ਹਾਂ। ਉਸ ਬਾਅਦ ਆ ਗਿਆ ਆਪਣੇ ਕੋਲ ਨਿਊਟ੍ਰੀਸ਼ਨਲ ਮਿਊਟੈਂਟ। ਨਿਊਟ੍ਰੀਸ਼ਨਲ ਮਿਊਟੈਂਟਸ ਦੇ ਵਿੱਚ 2 ਕਾਈਂਡਸ ਮਿਲਣਗੀਆਂ ਆਪਣੇ ਕੋਲ, ਇੱਕ ਪ੍ਰੋਟੋਟ੍ਰੋਫਿਕ ਐਂਡ ਆਕਜ਼ੋਟ੍ਰੋਫਿਕ। ਪ੍ਰੋਟੋਟ੍ਰੋਫਿਕ ਜਿਹੜੇ ਬੈਕਟੀਰੀਆਸ ਹੋਣਗੇ ਜਾਂ ਸਟ੍ਰੇਨ ਹੋਣਗੀਆਂ, ਉਹ ਆਪਾਂ ਮੇਨਲੀ ਜਿਹੜੇ ਆਲ ਕਾਈਂਡ ਆਫ ਮੀਡੀਅਮ ਮੀਨਸ ਮਿਨੀਮਲ ਮੀਡੀਅਮ ਦੇ ਉੱਤੇ ਗਰੋ ਕਰ ਸਕਦੇ ਆ। ਮਿਨੀਮਲ ਮੀਡੀਅਮ ਜਾਂ ਸਿੰਪਲ ਮੀਡੀਅਮ ਜਿਹਦੇ ਵਿੱਚ ਓਨਲੀ ਆ ਕਾਰਬਨ ਸੋਰਸ ਹੋਊਗਾ ਅਤੇ ਸਮ ਇਨਆਰਗੈਨਿਕ ਸਾਲਟ ਐਡ ਕੀਤੇ ਜਾਂਦੇ ਨੇ। ਇਹ ਜਿਹੜੇ ਸੈਲਸ ਨੇ ਇਹਨਾਂ ਦੇ ਵਿੱਚ ਕੈਪੇਬਿਲਿਟੀ ਹੁੰਦੀ ਆ ਆਪਣੇ ਰਿਕੁਆਇਰਡ ਪ੍ਰੋਟੀਨਸ, ਨਿਊਕਲਿਕ ਐਸਿਡ, ਲਿਪਿਡਸ ਜਿਹੜੇ ਹੈਗੇ ਰਿਕੁਆਇਰਡ ਨੇ ਉਹਨਾਂ ਨੂੰ ਸਿੰਥੇਸਾਈਜ਼ ਕਰ ਲੈਂਦੇ ਨੇ। ਸੋ ਮੇਨਲੀ ਜਿਹੜੇ ਵਾਈਲਡ ਟਾਈਪ ਸੈਲਸ ਹੁੰਦੇ ਨੇ ਉਹ ਨਿਊਟ੍ਰੀਸ਼ਨਲੀ ਇੰਡੀਪੈਂਡੈਂਟ ਹੁੰਦੇ ਨੇ, ਉਹ ਈਜ਼ੀਲੀ ਮਿਨੀਮਲ ਮੀਡੀਆ 'ਤੇ ਗਰੋ ਕਰਦੇ, ਉਹ ਹੁੰਦੇ ਆਪਣੇ ਕੋਲ ਪ੍ਰੋਟੋਟ੍ਰੋਫਿਕ। ਦੂਸਰੇ ਹੁੰਦੇ ਆ ਆਕਜ਼ੋਟ੍ਰੋਫਿਕ। ਆਕਜ਼ੋਟ੍ਰੋਫਿਕ ਕੀ ਹੁੰਦੇ ਨੇ ਕਿ ਮੰਨ ਲਓ ਵਾਈਲਡ ਟਾਈਪ ਸਟ੍ਰੇਨ ਦੇ ਵਿੱਚ ਕੋਈ ਮਿਊਟੇਸ਼ਨ ਹੋ ਗਈ ਔਰ ਡਿਊ ਟੂ ਦੈਟ ਮਿਊਟੇਸ਼ਨ ਇਟ ਫੇਲ ਟੂ ਸਿੰਥੇਸਾਈਜ਼ ਸਮ ਸਪੈਸ਼ਲ ਜਿਹੜੇ ਹੈਗੇ ਨੇ ਰਿਕੁਆਇਰਡ ਸਪਲੀਮੈਂਟਸ। ਲਾਈਕ ਆਪਣੇ ਕੋਲ ਕਿ ਇਹਦੇ ਵਿੱਚ ਜਿਵੇਂ ਕਿਸੇ ਚੀਜ਼ ਦੀ ਡੈਫੀਸ਼ੀਐਂਸੀ ਹੋ ਗਈ ਮਿਊਟੇਸ਼ਨ ਦੇ ਕਰਕੇ, ਤਾਂ ਉਹ ਐਕਸਟਰਨਲੀ ਆਪਾਂ ਨੂੰ ਮੀਡੀਅਮ ਦੇ ਵਿੱਚ ਐਡ ਕਰਨੀ ਪਊਗੀ ਤਾਂ ਗਰੋ ਕਰਨਗੇ ਇਹ। ਅਦਰਵਾਈਜ਼ ਦੇ ਆਰ ਨਾਟ ਏਬਲ ਟੂ ਸਿੰਥੇਸਾਈਜ਼ ਆਲ ਰਿਕੁਆਇਰਡ ਮਟੀਰੀਅਲ ਇਨ ਦਾ ਮਿਨੀਮਲ ਮੀਡੀਅਮ, they are not able to synthesize, so that are called auxotrophic। so ਇਹਨੂੰ ਆਪਾਂ ਬੈਸਟ ਐਗਜ਼ਾਮਪਲ ਦੇ ਨਾਲ ਕਹਿ ਸਕਦੇ ਹਾਂ। prototrophic is clear, they can synthesize their own required macromolecules, ਠੀਕ ਹੈ, but auxotropic are not able to grow on that minimal medium। ਸੋ ਆਪਣੇ ਕੋਲ ਇੱਥੇ ਕੀ ਆਪਾਂ ਸਸਪੈਂਸ਼ਨ ਲਿਆ ਜਿਹਦੇ ਵਿੱਚ ਐਡੇਨਿਨ ਪਿਆ ਆ। ਮੰਨ ਲਓ ਹੁਣ ਆਪਾਂ ਕਿਹੜੀ ਫਾਰਮ ਲੈ ਰਹੇ ਹਾਂ, ਪਹਿਲਾਂ ਆਪਾਂ ਆਕਜ਼ੋਟ੍ਰੋਪਿਕ ਫਾਰਮ ਕਿਹੜੀ ਲੈ ਰਹੇ ਹਾਂ ਜਿਹਦੇ ਵਿੱਚ ਐਡੇਨਿਨ ਦੀ ਡੈਪਥ, ਐਡੇਨਿਨ ਨੂੰ ਉਹ ਸਿੰਥੇਸਾਈਜ਼ ਨਹੀਂ ਕਰ ਰਿਹਾ। ਐਡੇਨਿਨ ਦੀ ਜਾਂ ਆਪਾਂ ਕਹਿ ਲਓ ਕਿ ਐਡੇਨਿਨ ਆਕਜ਼ੋਟ੍ਰੋਫਿਕ ਮੀਡੀਅਮ ਬੈਕਟੀਰੀਆ ਲਿਆ ਆਪਾਂ। ਇਸ ਨੂੰ ਦੇਖੋ ਸਸਪੈਂਸ਼ਨ ਦੇ ਵਿੱਚ ਕੀ ਆ, ਐਡੇਨਿਨ ਕੰਟੇਨਿੰਗ ਮੀਡੀਅਮ, ਇਹਦੇ ਵਿੱਚ ਐਡੇਨਿਨ ਆਲਰੇਡੀ ਹੈਗਾ ਆ ਤਾਂ ਆਪਣੇ ਕੋਲ ਆਕਜ਼ੋਟ੍ਰੋਪਸ ਪਏ ਨੇ ਔਰ ਪ੍ਰੋਟੋਟ੍ਰੋਪ 2 ਹੀ ਲਏ ਨੇ, ਪ੍ਰੋਟੋਟ੍ਰੋਪ ਜ਼ਿਆਦਾ ਨਹੀਂ ਲਏ ਹੈਗੇ ਔਰ ਮੇਨਲੀ ਜਿਹੜੇ ਆਕਜ਼ੋਟ੍ਰੋਪਸ ਲਏ ਨੇ। ਹੁਣ ਉਹਨੂੰ ਐਗਰ ਮੀਡੀਅਮ ਦੇ ਵਿੱਚ ਟਰਾਂਸਫਰ ਕਰਤਾ, ਹੁਣ ਉੱਥੇ ਕੀ ਕੀਤਾ, ਐਡੇਨਿਨ ਘੱਟ ਕਰਤਾ।
इस मीडियम च मान लो एडेनिन है ही नहीं गा, तो ऑबवियस आ हुण कौन ग्रो करूगा, एक तरह नाल मिनिमल मीडियम बन गया। तो इत्थे अपने कोल की आ प्रोटोट्रॉप्स ग्रो करनगे, ओनली वो अपने कोल कॉलोनीज बनाउणगे। ऑक्सोट्रॉप्स ने वो जिहड़े फर्दर प्रोलीफरेट नहीं होणगे बिकॉज दे आर नॉट एबल टू सिंथेसाइज एडेनिन बाय इटसैल्फ। उन्हां नूं इह मीडियम दे विच रिक्वायर्ड सीगा अपनी नॉर्मल ग्रोथ दे लई, सो दैट्स वाई दे आर नॉट एबल टू proliferate on the adenine-less medium. So this is the nutritional mutants। ਇਹਦੇ ਵਿੱਚ ਆਪਣੇ ਕੋਲ prototropic और auxotropic दो strains ਮਿਲਦੀਆਂ ਨੇ। then ਆਪਣੇ ਕੋਲ ਆ ਗਿਆ carbon source mutants। ਸੋ ਇਹਦੇ ਵਿੱਚ ਵੀ ਆਪਣੇ ਕੋਲ ਕੀ ਆ ਕਿ ਮੰਨ ਲਓ ਕਿ ਇਹ ਮਿਊਟੈਂਟ ਫਾਰਮਸ ਜਿਹੜੀਆਂ ਹੁੰਦੀਆਂ ਨੇ, ਕੁਛ ਜਿਹੜੇ એનર્ਜੀ ਸੋਰਸ ਨੇ ਜਾਂ ਕਾਰਬਨ ਸੋਰਸ ਨੇ ਉਹਨਾਂ ਨੂੰ ਯੂਟੀਲਾਈਜ਼ ਨਹੀਂ ਕਰ ਸਕਦੀਆਂ। ਫॉर एग्जांपल ਆਪਣੇ ਕੋਲ ਕੀ ਆ ਕਿ ਕੋਈ ਲੈਕਟੋਜ਼ ਮਿਊਟੈਂਟ ਨੇ, ਹੁਣ ਲੈਕਟੋਜ਼ ਮਿਊਟੈਂਟ ਨੇ, ਇਟ ਮੀਨ ਥੀਸ ਆਰ ਨॉट ਏਬਲ ਟੂ ਯੂਜ਼ ਲੈਕਟੋਜ਼। ਇਹਨੂੰ ਉਹਦੇ ਨਾਲ ਕਨਫਿਊਜ਼ ਨਹੀਂ ਕਰਨਾ ਆਕਸੋਟ੍ਰੋਪ ਔਰ ਪ੍ਰੋਟੋਟ੍ਰੋਪ ਦੇ ਨਾਲ, ਉਹ 'ਚ ਕੀ ਸੀ ਸਿੰਥੇਸਾਈਜ਼ ਨਹੀਂ ਕਰ ਸਕਦੇ ਸੀ, ਬਟ ਆਪਾਂ ਐਡੀਸ਼ਨਲੀ ਐਡ ਕਰਦੇ ਸੀਗੇ ਤਾਂ ਉਹ ਯੂਜ਼ ਕਰ ਲੈਂਦੇ ਸੀਗੇ ਉਹਨੂੰ। ਬਟ ਇਹਦੇ 'ਚ ਕਾਰਬਨ ਸੋਰਸ ਦੇ ਵਿੱਚ ਕੀ ਹੁੰਦਾ, ਅਗਰ ਲੈਕਟੋਜ਼ ਮਿਊਟੈਂਟ ਨੇ ਜਾਂ ਮੰਨ ਲਓ ਕੋਈ ਵੀ ਮੰਨ ਲਓ ਗਲੂਕੋਜ਼ ਮਿਊਟੈਂਟ ਆ, ਫਰਕਟੋਜ਼ ਮਿਊਟੈਂਟ, ਜੋ ਵੀ ਆਪਾਂ ਮੰਨ ਲਓ ਲੈ ਰਹੇ ਹਾਂ ਹੈ ਨਾ, ਉਹ ਮਿਊਟੈਂਟ ਹੈਗਾ ਜਦੋਂ, ਤਾਂ ਜਦੋਂ ਉਸ ਮਿਊਟੈਂਟ ਵਾਲੀ ਜਿਹੜੀ ਹੈਗੀ ਆ ਸ਼ੂਗਰ ਉਹਨੂੰ ਦਿੱਤੀ ਜਾਂਦੀ ਆ ਤਾਂ ਉਹ ਏਬਲ ਨਹੀਂ ਹੈਗਾ ਗਰੋ ਕਰਨ ਦੇ। ਲਾਈਕ ਲੈਕਟੋਜ਼ ਮਿਊਟੈਂਟ ਨੂੰ ਲੈਕਟੋਜ਼ ਮੀਡੀਅਮ ਦੇ ਉੱਤੇ ਗਰੋ ਕਰਤਾ, ਇਟ ਫੇਲ ਟੂ ਗਰੋ, ਇਟ ਵਿਲ ਫੇਲ ਟੂ ਗਰੋ, ਕਿਉਂਕਿ ਉਹ ਲੈਕਟੋਜ਼ ਨੂੰ ਯੂਜ਼ ਹੀ ਨਹੀਂ ਕਰ ਸਕਦਾ ਐਜ਼ ਅ ਸ਼ੂਗਰ ਸੋਰਸ। ਉਹਦੇ ਲਈ ਦੂਸਰੀ ਕੋਈ ਸ਼ੂਗਰ ਸੋਰਸ ਚਾਹੀਦੀ ਹੈ ਨਾਲ, ਤਾਂ ਹੀ ਉਹ ਜਿਹੜਾ ਹੈਗਾ ਆ ਪ੍ਰੋਲੀਫਰੇਟ ਕਰੂਗਾ। और उस तो इलावा ਜਿਹੜੇ बैक्टीरियल म्यूटेंट फिनोटाइप्स ने ਜਿਹੜੇ ਆਪਣੇ ਕੋਲ ਜਿਵੇਂ ਕਲੋਨੀ ਮੋਰਫੋਲੋਜੀ ਹੋ ਗਈ, ਫੇਜ਼ ਰੈਜ਼ਿਸਟੈਂਟ ਹੋ ਗਿਆ, ਟੈਂਪਰੇਚਰ ਸੈਂਸਿਟਿਵ ਮਿਊਟੈਂਟ ਹੋ ਗਏ, ਇਹ ਸਾਰੇ ਜਿਵੇਂ ਹੈਗੇ ਨੇ ਕਿ ਕਿਤੇ ਨਾ ਕਿਤੇ ਇਹ ਵੀ ਮਿਊਟੈਂਟ ਫਾਰਮਸ ਨੇ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ। ਮੇਨਲੀ ਆਪਾਂ ਇਹ 3 ਵਾਲੀਆਂ ਜਿਹੜੀਆਂ ਲੈ ਕੇ ਚੱਲਦੇ ਹਾਂ। और ਜਿਹੜੇ बैक्टीरियल फिनोटाइप है प्लस मीनस रेजिस्टेंट, माइनस मीनस सेंसिटिव। और ਜਿਹੜੇ बैक्टीरियल जीनोटाइप ने 3 ਲੈਟਰ ऑल लोअर केस एंड ਇਟੈਲੀਸਾਈਜ਼ਡ ਹੁੰਦੇ ਨੇ। ਜਿਵੇਂ ਆਪਾਂ ਮੰਨ ਲਓ ਕਿ ਮੈਂ ਕੋਈ ਲਿਖਣਾ ਚਾਹ ਰਹੀ ਹਾਂ ਨੇਮ, ਜਿਵੇਂ ਸਟ੍ਰਿਪਟੋਮਾਈਸਿਨ ਰੈਜ਼ਿਸਟੈਂਟ ਆ, STR ਆ ਜਾਏਗਾ ਉੱਪਰ R ਜਾਂ S, ਉਹਦੇ ਅਕੋਰਡਿੰਗ ਜਿਹੜਾ ਹੈਗਾ ਇਹਨਾਂ ਨੂੰ ਮੈਂਸ਼ਨ ਕੀਤਾ ਜਾਂਦਾ। ਵੈਸੇ ਇਹ ਚੀਜ਼ਾਂ ਤੁਸੀਂ resistant, sensitive, how to write these you have already read in your biotechnology complete। ਉਹਦੇ ਵਿੱਚ ਇਹ ਸਾਰੇ ਵੈਕਟਰ ਜਿੱਥੇ ਤੁਸੀਂ ਪੜ੍ਹਦੇ ਹੋ ਨਾ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇਗੀਆਂ, ਠੀਕ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਬੇਸਿਕ ਟੈਸਟ ਫॉर ਟਰਾਂਸਫਾਰਮੇਸ਼ਨ, ਟਰਾਂਸਡਕਸ਼ਨ ਐਂਡ ਕੰਜੂਗੇਸ਼ਨ। ਇਹ ਬੜਾ ਇੰਟਰਸਟਿੰਗ ਜਿਹਾ ਤੁਸੀਂ ਵੈਸੇ ਆਲਰੇਡੀ ਪੜ੍ਹਿਆ ਹੋਊਗਾ, ਫਿਰ ਵੀ ਆਪਾਂ ਡਿਸਕਸ ਕਰਦੇ ਹਾਂ ਇਹਦੇ ਰਿਗਾਰਡਿੰਗ। ਸੋ ਇਹਦੇ ਵਿੱਚ ਆਪਣੇ ਕੋਲ ਕੀ ਆ ਕਿ ਜਿਹੜੀਆਂ ਪੈਰਾਸੈਕਸੁਅਲ ਪ੍ਰੋਸੈਸਿਸ ਆਪਾਂ ਤਿੰਨਾਂ ਦੀ ਗੱਲ ਕਰ ਰਹੇ ਹਾਂ, ਟਰਾਂਸਫਾਰਮੇਸ਼ਨ, ਟਰਾਂਸਡਕਸ਼ਨ ਐਂਡ ਕੰਜੂਗੇਸ਼ਨ, ਈਜ਼ੀਲੀ ਆਪਾਂ ਕੰਪੇਅਰ ਕਰ ਸਕਦੇ, ਈਜ਼ੀਲੀ ਆਪਾਂ ਡਿਸਟਿੰਗੁਇਸ਼ ਕਰ ਸਕਦੇ ਇੱਕ ਦੂਸਰੇ ਦੇ ਨਾਲੋਂ। ਤਾਂ ਮੇਨ 2 ਚੀਜ਼ਾਂ ਹੁੰਦੀਆਂ, ਵਨ ਇਜ਼ DNA ਏਜ ਸੈਂਸਿਟੀਵਿਟੀ, DNA ਏਜ ਸੈਂਸਿਟੀਵਿਟੀ, ਔਰ ਦੂਸਰਾ ਹੁੰਦਾ ਡਿਪੈਂਡੈਂਸ ਔਨ ਸੈੱਲ ਟੂ ਸੈੱਲ ਕੰਟੈਕਟ। ਹੁਣ ਤੁਹਾਨੂੰ ਪਤਾ ਆ ਕਿ ਸੈੱਲ ਟੂ ਸੈੱਲ ਕੰਟੈਕਟ ਇਜ਼ ਰਿਕੁਆਇਰਡ ਇਨ ਕੇਸ ਆਫ ਕੰਜੂਗੇਸ਼ਨ। और DNA एज ਜਿਹੜਾ ਹੈਗਾ ਉਹਨੇ DNA ਨੂੰ ਡੀਗ੍ਰੇਡ ਕਰਨਾ। DNA ਕਦੋਂ ਡੀਗ੍ਰੇਡ ਹੋਊਗਾ, ਵੈਨ ਇਟ ਇਜ਼ ਪ੍ਰੈਜ਼ੈਂਟ ਇਨ ਦਾ ਫ੍ਰੀ ਮੀਡੀਅਮ ਔਰ ਇਨਵਾਇਰਮੈਂਟ ਦੇ ਵਿੱਚ ਐਜ਼ ਇਟ ਫ੍ਰੀ ਪਿਆ, ਉਸ ਕੇਸ ਦੇ ਵਿੱਚ ਹੀ DNA ਇਸ ਦੇ ਨਾਲ ਡੀਗ੍ਰੇਡ ਹੋਊਗਾ। ਸੋ ਆਪਣੇ ਕੋਲ ਹੁਣ ਹੁੰਦਾ ਕੀ ਆ, ਤੇ ਆਪਾਂ ਫਸਟਲੀ ਗੱਲ ਕਰੀਏ ਕਿ ਆਪਾਂ ਪਹਿਲਾ ਕ੍ਰਾਈਟੀਰੀਆ ਯੂਜ਼ ਕੀਤਾ DNA ਏਜ ਦਾ। ਆਪਾਂ ਨੇ ਕੀ ਕਰਨਾ ਆ, ਮੀਡੀਅਮ ਦੇ ਵਿੱਚ ਜਿੱਥੇ ਬੈਕਟੀਰੀਅਲ ਸਟ੍ਰੇਨਸ ਪਈਆਂ ਉਹਦੇ ਵਿੱਚ DNA ਏਜ ਐਡ ਕਰ ਦੇਣਾ। ਹੁਣ ਉਹ DNA ਕੀ ਕਰੂਗਾ, ਵੈਨ ਜਿਹੜਾ DNA ਇਹਦਾ ਫੰਕਸ਼ਨ ਕੀ, ਇਟ ਵਿਲ ਡੀਗ੍ਰੇਡ ਦਾ ਫ੍ਰੀ DNA। ਸੋ ਅਗਰ ਤਾਂ ਆਪਣੇ ਕੋਲ ਉੱਥੇ ਰਿਕੋਂਬੀਨੇਸ਼ਨ ਜਿਹੜੀ ਆ ਪਹਿਲਾਂ ਹੋ ਰਹੀ ਸੀ, ਇਨ ਦਾ ਐਬਸੈਂਸ ਆਫ DNA ਏਜ ਰਿਕੋਂਬੀਨੇਸ਼ਨ ਹੋ ਰਹੀ ਸੀ, ਬਟ ਆਫਟਰ ਦੀ DNA ਏਜ ਰਿਕੋਂਬੀਨੇਸ਼ਨ ਆ ਜਿਹੜੀ ਨਹੀਂ ਹੋਈ, ਤਾਂ ਇਟ ਮੀਨ ਕੀ ਆ
this is due to the presence of ट्रांसफॉर्मेशन। ठीक है कि अगर पहला हो रही सी बैक्टीरिया, इफ रिकॉम्बिनेशन अकर इन द एब्सेंस ऑफ DNase but not in the presence of DNase, so transformation must be occurring because the DNA which is free in the medium now it is degraded by the DNase enzyme। so ਹੁਣ ਰਹਿ ਗਈ ਆਪਣੇ ਕੋਲ ਸੈਕਿੰਡ ਕੇਸ। ट्रांसफॉर्मेशन का तो क्लीयर हो गया, अगर तो DNase पाने तो बाद हट स्टॉप हो गई तो इट मीन दिस इज़ द ट्रांसफॉर्मेशन। अगर DNase पाने तो बाद भी जी ट्रांसफॉर्मेशन हो ही गई है तो अपने को अनदर दो चांसिस ने कि अपने को कॉन्जुगेशन हो सकता है या अपने को ट्रांसडक्शन हो सकता है। सो इन्हां दे विच की आ DNA फ्री नहीं हुंदा मीडियम दे विच, सो इन्हां दे विच डिग्रेडेशन भी नहीं होगी DNase की। हुण की है कि कंजुगेशन जिहड़ा ਉਹਨੂੰ सैल टू सैल कॉन्टैक्ट चाहिदा आ, तो इहदे लई फिर अपने कोल की है एक एक्सपैरीमेंट आया, YouTube एक्सपैरीमेंट। ਹੁਣ ਆਪਣੇ ਕੋਲ ਕੀ ਆ ਕਿ ਇਧਰ A ਸਟ੍ਰੇਨ ਲੈ ਲਈ, ਇਧਰ B ਸਟ੍ਰੇਨ ਲੈ ਲਈ, ਸੈਂਟਰ ਦੇ ਵਿੱਚ ਇੱਕ ਫਿਲਟਰ ਲਾਤਾ। ਉਹ ਫਿਲਟਰ ਕੀ ਕਰਦਾ ਆ ਕਿ ਉਹਦੇ ਵਿੱਚੋਂ ਬੈਕਟੀਰੀਓਫੇਜਸ ਪਾਸ ਕਰ ਸਕਦੇ ਨੇ ਜਾਂ DNase ਪਾਸ ਕਰ ਸਕਦੇ ਨੇ। ਸੌਰੀ DNase ਤਾਂ ਆਲ ਤਾਂ ਪ੍ਰੈਜ਼ੈਂਟ ਆ, ਜਾਂ ਮੀਡੀਅਮ 'ਚ ਪਾਵਾਂਗੇ ਤਾਂ ਮੂਵ ਕਰੇਗਾ ਹੀ, ਜਾਂ ਆਪਣੇ ਕੋਲ DNA ਦੇ ਫਰੈਗਮੈਂਟ ਜਾਂ ਬੈਕਟੀਰੀਓਫੇਜਸ। ਬੈਕਟੀਰੀਅਲ ਸੈੱਲ ਇਸ ਫਿਲਟਰ 'ਚੋਂ ਪਾਸ ਨਹੀਂ ਕਰ ਸਕਦਾ। ਸੋ ਹੁਣ ਆਪਣੇ ਕੋਲ ਕੀ ਆ, अगर फिर भी अपने को रिजल्ट आ रहा कि जड़ा रिकॉम्बिनेशन हो रही है तो इट मीन कंजुगेशन इज़ नॉट हियर। वाई कंजुगेशन इज़ नॉट हियर? बिकॉज देर इज़ अ नो सेल टू सेल कॉन्टैक्ट इन डिफरेंट स्ट्रेन्स, सो देर इज़ अ नो चांसेस ऑफ पैरासेक्सुअल रिप्रोडक्शन दैट इज़ ऑफ कंजुगेशन टाइप। सो कंजुगेशन एबसेंट, इट मीन किया रह गया अपने को ट्रांसडक्शन इज़ हैपनिंग। सो बेसिकली अपने को अगर आप गल करिए ਇਹਦੇ ਵਿੱਚ ਆਪਣੇ ਕੋਲ ਕੀ ਆ ਕਿ ਆਪਣੇ ਬੇਸਿਕਲੀ ਆਪਾਂ ਇਸ ਚੀਜ਼ ਨੂੰ ਦੁਬਾਰਾ ਤੋਂ ਡਿਸਕਸ ਕਰੀਏ ਤੇ ਕੀ ਹੋ ਰਿਹਾ ਆ। ਸਟ੍ਰੇਨਸ ਲੈ ਲਿਆ ਔਰ DNase ਵੀ ਇਹਦੇ ਵਿੱਚ ਪਾਤਾ। DNase ਪਾਉਣ ਤੋਂ ਬਾਅਦ ਇੱਕ ਚੀਜ਼ ਤਾਂ ਕਲੀਅਰ ਹੋ ਗਈ ਕਿ ਇਹਦੇ ਵਿੱਚ ਹੁਣ ਟਰਾਂਸਫॉर्मेशन नहीं ਹੋਊਗੀ, ਕਿਉਂਕਿ ਟਰਾਂਸਫॉर्मेशन ਦੇ ਲਈ ਫ੍ਰੀ DNA ਚਾਹੀਦਾ ਵਾ, ਤਾਂ ਜਿਹਦੇ ਕਰਕੇ DNase ਨੇ ਫ੍ਰੀ DNA ਨੂੰ ਡਿਗਰੇਡ ਕਰ ਦੇਣਾ ਆ, ट्रांसफॉर्मेशन कैंसल होगी। सो दूसरे अपने को ट्रांसडक्शन ते कॉन्जुगेशन रह गई। कॉन्जुगेशन दे विच की सैल टू सैल कॉन्टैक्ट चाहिए, बट देयर इज़ अ फिल्टर इन बिटवीन द बोथ स्ट्रेन्स एंड द फिल्टर इज़ नॉट अलाउइंग द बैक्टीरियल सैल टू पास थ्रू इट, सो देयर विल बी द नो सैल टू सैल कनैक्शन, सो कॉन्जुगेशन इज़ एबसेंट। सो इफ ये फिर भी अपने को ट्रांसडक्शन इज़ फिर भी रिकॉम्बिनेशन इज़ हो रही है तो इट मीन दिस इज़ ड्यू टू द प्रोसेस ऑफ ट्रांसडक्शन। So this is the simplest experiment by which we can recognize the different processes of parasexual reproduction in bacteria. Next part we will discuss in the next video. Thank you so much.